Hello everyone, welcome to TED Buzzer. This is Garima, your English teacher, and today we are discussing previous year question papers of PS Set Paper 1 and 2 and CTET Paper 1 and 2. Today we are discussing PS Set 2020 English questionnaire of Paper 1. So, start करते हैं आज का session. हाँ जी, साढ़े न्यू बैचेस स्टार्ट चल रहे ने PS Set Paper 1 ਦੇ ਰਿਗਾਰਡਿੰਗ PS Set Paper 2 ਦੇ ਸਬਜੈਕਟਸ ਮੈਥ ਐਂਡ ਸਾਇੰਸ ਐਂਡ ਐਸਐਸ ਦੇ ਰਿਗਾਰਡਿੰਗ ਸੋ PS Set Paper 1 ਦੇ ਹੈ ਜਾਂ ਫਿਰ ਮੈਥ ਸਾਇੰਸ ਜਾਂ ਐਸਐਸ ਦੇ ਤੁਹਾਨੂੰ ਲਾਈਵ ਜਾਂ ਪ੍ਰੀ ਰਿਕਾਰਡਡ ਲੈਕਚਰਸ ਮਿਲਣਗੇ ਫੁੱਲ ਸਿਲੇਬਸ ਕੋਰਸ ਕਰਵਾਇਆ ਜਾਏਗਾ ਵੀਡੀਓ ਲੈਕਚਰਸ ਮਿਲਣਗੇ ਪੀਡੀਐਫਸ ਟੌਪਿਕ ਵਾਈਜ਼ ਥਿਉਰੀ ਐਂਡ ਐਮਸੀਕਿਊਜ਼ ਜੋ ਤੁਹਾਨੂੰ ਹੈ ਪ੍ਰੋਵਾਈਡ ਹੋਣਗੇ ਸੋ ਨੈਕਸਟ ਹੈ ਜੀ ਨਾਲ ਦੀ ਨਾਲ ਇਹਦੇ ਆਨਲਾਈਨ ਮੌਕ ਟੈਸਟ ਜੋ ਹੈ ਤੁਹਾਨੂੰ ਬਿਲਕੁਲ ਫ੍ਰੀ ਮਿਲਣਗੇ ਵੈਲਿਡਿਟੀ ਇਸ ਦੀ 1 ਜੂਨ 2022 ਤੱਕ ਹੈ ਫ੍ਰੀ ਡੈਮੋ ਦੇਖਣ ਲਈ ਤੁਸੀਂ ਟੈਡ ਬਜ਼ਰ ਦੀ ਐਪ ਗੂਗਲ ਤੋਂ ਤੇ ਪਲੇ ਸਟੋਰ ਤੋਂ ਇੰਸਟਾਲ ਕਰ ਸਕਦੇ ਹੋ हाँ जी नेक्स्ट है जी पंजाबी मास्टर एंड मिस्टर कैडर हिंदी मास्टर एंड मिस्ट्रेस कैडर एसएससी मास्टर एंड मिस्ट्रेस कैडर ਦੀ ਤਿਆਰੀ ਵੀ ਜੋ ਹੈ ਲਗਾਤਾਰ ਨਵੇਂ ਬੈਚ ਸਟਾਰਟ ਹੋ ਚੁੱਕੇ ਨੇ ਡੈਮੋ ਦੇਖਣ ਲਈ ਤੁਸੀਂ ਟੈਡ ਬਜ਼ਰ ਦੀ ਐਪ ਨੂੰ ਜੋ ਹੈ ਪਲੇ ਸਟੋਰ ਤੋਂ ਗੂਗਲ ਪਲੇ ਸਟੋਰ ਤੋਂ ਇੰਸਟਾਲ ਕਰਨਾ ਹੈ ਫਸਟ ਜੋ ਹੈ ਪੈਸੇਜ ਹੈ ਸਾਨੂੰ ਅਸੀਂ ਬਹੁਤ ਵਾਰ ਡਿਸਕਸ ਕੀਤਾ ਕਿ ਪੈਸੇਜ ਨੂੰ ਕਿਵੇਂ ਸੋਲਵ ਕਰਨਾ ਹੈ ਸੋ ਪੈਸੇਜ ਸੋਲਵ ਕਰਨ ਦਾ ਤਰੀਕਾ ਉਹੀ ਹੈ ਕਿ ਨੋਨ ਟੂ ਅਨਨੋਨ ਦੀ ਜੋ ਹੈ ਸਟ੍ਰੈਟੇਜੀ ਆਪਾਂ ਅਪਣਾਵਾਂਗੇ Every year, about 2 million people visit Mount Rushmore, where the faces of 4 US presidents were carved in granite by sculptor Gutson Borglum and his son, the late Lincoln Borglum. ਕਹਿੰਦੇ ਹਰ ਇੱਕ every year about 2 million people ਕਹਿੰਦੇ ਹਰ ਸਾਲ ਲਗਭਗ 2 ਮਿਲੀਅਨ ਲੋਕ ਜੋ ਹੈ ਉਹ ਮਾਊਂਟ ਰਸ਼ਮੋਰ ਨੂੰ ਵਿਜ਼ਿਟ ਕਰਦੇ ਆ ਉੱਥੇ ਜਾਂਦੇ ਆ ਜਿੱਥੇ ਕਿ ਯੂਐਸ ਦੇ ਪ੍ਰੈਜ਼ੀਡੈਂਟਸ ਜੋ ਨੇ ਉਹਨਾਂ ਦੀ ਗ੍ਰੇਨਾਈਟ ਦੇ ਨਾਲ ਜੋ ਹੈ ਉਹਨਾਂ ਦੀ ਇਮੇਜ ਜੋ ਹੈ ਉੱਥੇ ਬਣਾਈ ਗਈ ਹੈ ਸਕਲਪਚਰ ਬਣੇ ਹੈ ਕਿਹਨਾਂ ਦੇ ਗੁਡਜ਼ੋਨ ਦੇ ਬੋਗਲਮ ਦੇ ਉਹਦੇ ਬੇਟੇ ਦੇ ਤੇ ਲਿੰਕਨ ਬੋਗਲਮ ਦੇ The creation of Mount Rushmore monument took 14 years ਇਹ ਬਣਾਉਣ ਵਿੱਚ 14 ਸਾਲ ਲੱਗ ਗਏ ਸੀ 1927 ਤੋਂ ਬਣਾਉਣ ਦਾ ਕੰਮ ਸ਼ੁਰੂ ਹੋਇਆ ਤੇ 1941 ਤੱਕ ਚੱਲਿਆ and nearly $1 million ਤੇ ਬਹੁਤ ਸਾਰੇ ਮਿਲੀਅਨ ਡਾਲਰਸ ਜੋ ਹੈ ਇਸ ਦੇ ਉੱਪਰ ਖਰਚ ਹੋ ਗਏ these were times when money was difficult to come by and many people were jobless ਇਹ ਉਹ ਟਾਈਮ ਸੀ ਜਦੋਂ ਪੈਸਾ ਬਹੁਤ ਮੁਸ਼ਕਿਲ ਨਾਲ ਮਿਲਦਾ ਸੀ ਤੇ ਕੁਝ ਕਾਫੀ ਹੱਦ ਤੱਕ ਲੋਕ ਜੋ ਨੇ ਉਹ ਜੌਬਲੈਸ ਸੀ ਬੇਰੋਜ਼ਗਾਰ ਸੀ ਟੂ ਮੂਵ the more than 4 lakh tons of rock Borglum hired laid off workers from the closed down mines in the Black Hill areas हाँ जी ਕਹਿੰਦੇ 4 ਲੱਖ ਟਨ ਜਿਹੜਾ ਹੈ ਪੱਥਰ ਲਿਆਇਆ ਗਿਆ ਬੋਗਲਮ ਜੋ ਹੈ ਉਹਨਾਂ ਨੇ ਹਾਇਰ ਕੀਤੇ ਵਰਕਰਸ ਨੂੰ ਠੀਕ ਹੈ ਜੋ ਕਿ ਬਲੈਕ ਹਿਲੀ ਏਰੀਆਜ਼ ਦੇ ਵਿੱਚ ਕੰਮ ਕਰਦੇ ਸੀ taught these men to dynamite drill carve and finish the granite as they were hanging in mid air in his specially devised chairs ਹਾਂਜੀ ਇਹਨਾਂ ਨੂੰ ਕਿਹੜਾ ਕੰਮ ਸਿਖਾਇਆ ਗਿਆ ਇਹਨਾਂ ਨੂੰ ਡਾਇਨਾਮਾਈਟ ਦਾ ਕਿਵੇਂ ਵਿਸਫੋਟ ਕਰਨਾ ਹੈ ਡਰਿਲ ਕਾਰਵ ਕਿਵੇਂ ਕਰਨਾ ਹੈ ਫਿਨਿਸ਼ ਕਿਵੇਂ ਕਰਨਾ ਹੈ ਕੰਮ ਨੂੰ ਜਿਵੇਂ ਕਿ ਉਹ ਇੱਕ ਮਿਡ ਹਵਾ ਦੇ ਵਿੱਚ ਜੋ ਹੈ ਲਟਕੇ ਹੋਏ ਚੇਅਰਸ ਉੱਤੇ ਬੈਠੇ ਹੋ ਕੰਮ ਕਿਵੇਂ ਕਰਨਾ ਹੈ ਸਾਰਾ ਕੁਝ ਉਹਨਾਂ ਨੂੰ ਸਿਖਾਇਆ ਗਿਆ which had many safety features ਉਹਨਾਂ ਨੂੰ ਬਹੁਤ ਸਾਰੇ ਸੇਫਟੀ ਮੈਜ਼ਰਸ ਵੀ ਦੱਸੇ ਗਏ Borglum was proud of the fact that no worker were killed or severely injured during the years of blasting and carving ਕਹਿੰਦੇ ਬੋਗਲਮ ਬਹੁਤ ਜ਼ਿਆਦਾ ਖੁਸ਼ ਸੀ ਤੇ ਉਹ ਬਹੁਤ ਜ਼ਿਆਦਾ ਮਹਾਨ ਫੀਲ ਕਰ ਰਿਹਾ ਸੀ ਆਪਣੇ ਆਪ ਨੂੰ ਕਿ ਉਸ ਦੇ ਟਾਈਮ ਦੇ ਦੌਰਾਨ ਕਿਸੇ ਵੀ ਜੋ ਹੈ ਵਰਕਰ ਦੀ ਡੈਥ ਨਹੀਂ ਹੋਈ ਕੁਝ ਲੋਕ ਜੋ ਹੈ ਬਸ ਉਹ ਜੋ ਹੈ ਕਾਰਵਿੰਗ ਜਾਂ ਬਲਾਸਟਿੰਗ ਦੇ ਟਾਈਮ ਤੇ ਜੋ ਹੈ ਇੰਜਰਡ ਹੋਏ ਸੀ During the carving, many changes in the original design had to be made to keep the carved heads free of large fissures that were uncovered. ਹਾਂਜੀ ਸੋ ਕਹਿੰਦੇ ਜਦੋਂ ਕਾਰਵਿੰਗ ਕਰ ਰਹੇ ਸੀ ਜਦੋਂ ਖੁਦਾਈ ਕਰ ਰਹੇ ਸੀ ਤਾਂ ਉਦੋਂ ਬਹੁਤ ਸਾਰੇ ਡਿਜ਼ਾਈਨ ਦੇ ਵਿੱਚ ਚੇਂਜ ਲੈ ਕੇ ਆਂਦੇ ਕਿਉਂਕਿ ਤਾਂ ਕਿ ਉਹ ਜਿਹੜਾ ਸਿਰ ਹੈ ਉਹ ਲਾਰਜ ਫਿਜ਼ਰਸ ਤੋਂ ਫ੍ਰੀ ਹੋ ਸਕੇ ਮਤਲਬ ਲਾਈਨਾਂ ਲੂਈਨਾਂ ਤੋਂ ਜਿਹੜੀ ਤਰੇੜਾਂ ਤੋਂ ਫ੍ਰੀ ਹੋ ਸਕੇ However, not all the cracks could be avoided. ਸਾਰੇ cracks ਤਾਂ ਬਿਲਕੁਲ avoid ਨਹੀਂ ਕੀਤੇ ਜਾ ਸਕਦੇ So Borglum concocted a mixture of granite dust, white lead and linseed oil to fill them. ਤਾਂ ਜਿਹੜੇ cracks ਰਹਿ ਗਏ ਸੀ ਉਹਨਾਂ ਨੂੰ ਭਰਨ ਵਾਸਤੇ ਕੀ ਹੈ granite ਦੀ ਮਿੱਟੀ, white lead, linseed oil ਦਾ ਜੋ ਹੈ use ਕੀਤਾ ਗਿਆ This passage is mainly about ਹੁਣ ਇਹ ਜੋ passage ਹੈ ਕਿਸ ਚੀਜ਼ ਦੇ ਬਾਰੇ ਹੈ ਜ਼ਿਆਦਾਤਰ The visitors to the Mount Rushmore monument, the sculpture of the Mount Rushmore monument, the creation of Mount Rushmore monument ਜਾਂ none of these ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਹਾਂਜੀ creation ਦੀ ਗੱਲ ਕਰੇ ਨਾ ਕਿੱਦਾਂ ਬਣਾਇਆ ਗਿਆ ਸੋ creation ਆਏਗਾ C option is the right one According to the passage, Borglum's son, Borglum ਦਾ ਬੇਟਾ ਕੀ ਹੈ is dead ਮਰ ਚੁੱਕਿਆ ਹੈ was a president ਰਹਿ ਚੁੱਕਿਆ ਸੀ spent $1 million ਖਰਚ ਕਰ ਚੁੱਕਿਆ ਸੀ none of these ਇਹਨਾਂ ਵਿੱਚੋਂ ਕੋਈ ਵੀ ਨਹੀਂ
ਸੋ 62 ਦਾ ਆਏਗਾ ਕਿ ਉਹ ਮਰ ਚੁੱਕਿਆ ਸੀ, ਤਾਂ ਹੀ ਉਹਦਾ ਮੋਨੂਮੈਂਟ ਬਣਾਉਣਾ ਸੀ ਨਾ, ਹੀ ਇਜ਼ ਡੈਡ। ਦ ਮੈਨ ਹੂ ਬੋਗਲਮ ਹਾਇਰਡ ਵਰ, ਬੋਗਲਮ ਨੇ ਜਿਨ੍ਹਾਂ ਨੂੰ ਹਾਇਰ ਕੀਤਾ, ਠੀਕ ਹੈ, ਉਹ ਕੌਣ ਸੀ? ਟ੍ਰੇਨਡ ਸਕਲਪਚਰ ਸੀ, ਬਲੈਕ ਹਿਲ ਵਲੰਟੀਅਰ ਸੀ, ਅਨਇੰਪਲੋਇਡ ਮਾਈਨਰ ਸੀ, ਜਾਂ ਨਨ ਆਫ ਥੀਸ ਸੀ। ਹਾਂਜੀ, ਸੋ ਉਹਨੇ ਜਿਨ੍ਹਾਂ ਨੂੰ ਹਾਇਰ ਕੀਤਾ ਉਹ ਅਨਇੰਪਲੋਇਡ ਮਾਈਨਰ ਸੀ, ਜਿਨ੍ਹਾਂ ਨੂੰ ਕੰਮ ਨਹੀਂ ਕਰ ਰਿਹਾ ਸੀ ਤੇ ਮਾਈਨਸ ਵਿੱਚ ਕੰਮ ਕਰਦੇ ਸੀ। ਸੀ ਦ ਟਾਈਮ ਤੇ ਉਹਨਾਂ ਨੂੰ ਸਾਰਾ ਕੁਝ ਸਿਖਾਇਆ ਗਿਆ। The word devised in the line 7 is closest in meaning to, ਹਾਂਜੀ devised ਦਾ ਮਤਲਬ ਕੀ ਹੁੰਦਾ? ਡਿਜ਼ਾਈਨ ਕਰਨਾ, ਡਿਸਕ੍ਰਾਈਬ ਕਰਨਾ, ਐਲੀਵੇਟ ਕਰਨਾ, ਜਾਂ none of these। ਦੇਖੋ ਡਿਵਾਈਸ ਆਪਾਂ ਯੂਜ਼ ਕਰਦੇ ਨਾ, ਡਿਵਾਈਸ ਕੀਤਾ, ਬਣਾਇਆ, ਸੋ ਇਹਦਾ ਮਤਲਬ ਇੱਥੇ ਕੀ ਹੋਇਆ? ਆਪਾਂ 7th ਲਾਈਨ ਨੂੰ ਚੈੱਕ ਕਰਾਂਗੇ ਇੱਥੇ 1 2 3 4 5 6 7 ਹੈ ਨਾ। ਸੋ 7th ਲਾਈਨ ਦੇ ਵਿੱਚ ਆਪਾਂ ਕੀ ਲੱਭਣਾ ਹੈ? ਡਿਵਾਈਸਡ। ਹਾਂਜੀ, ਡਿਵਾਈਸਡ ਚੇਅਰ, ਸਪੈਸ਼ਲੀ ਡਿਵਾਈਸਡ ਚੇਅਰ ਮਤਲਬ ਤਿਆਰ ਕੀਤੀਆਂ ਚੇਅਰਸ ਹੈ ਨਾ, ਸਪੈਸ਼ਲ ਤਿਆਰ ਕੀਤੀਆਂ ਹੋਈਆਂ ਚੇਅਰਸ ਬਣਾਈਆਂ ਗਈਆਂ। ਸੋ ਡਿਵਾਈਸ ਦਾ ਮਤਲਬ ਤਾਂ ਆ ਗਿਆ ਜੀ ਡਿਜ਼ਾਈਨ, है ना। सो 64 ਦਾ ਆ ਗਿਆ ਆਪਣੇ ਕੋਲ ਆਪਸ਼ਨ ਨੰਬਰ A। In the line 11 the word fissures mean is being used, it means fissures ਦਾ ਮਤਲਬ ਕੀ ਹੈ? ਡੈਜ਼ੀਗਸ, cracks, closures। ਹਾਂਜੀ, ਡੈਜ਼ੀਗਸ ਦਾ ਮਤਲਬ ਹੁੰਦਾ ਕੋਈ ਚੀਜ਼ ਕ੍ਰੀਏਟ ਕਰਨਾ, ਕ੍ਰੈਕ ਦਾ ਮਤਲਬ ਹੁੰਦਾ ਤਰੇੜਾ, ਕਲੋਜ਼ਰਸ ਦਾ ਮਤਲਬ ਹੁੰਦਾ ਨਜ਼ਦੀਕ ਆਣਾ। ਸੋ ਇਸ ਦਾ ਆਨਸਰ ਹੈ ਕ੍ਰੈਕਸ, ਕਿਉਂਕਿ ਕ੍ਰੈਕਸ ਉਹਨਾਂ ਨੇ ਕਿਹਾ ਸੀ ਨਾ ਕੁਝ ਭਰਤੇ ਤੇ ਕੁਝ ਨਹੀਂ ਭਰੇ ਗਏ। What is the which word is similar to the preserve? Preserve ਦਾ similar ਕਿਹੜਾ word ਹੋਏਗਾ? wreck, retain, destroy, ruin। wreck ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਤਬਾਹ ਕਰ ਦੇਣਾ, that is destruction। ठीक है, रिटेन का मतलब होता है किसी चीज को संभाल के रखना, दैट इज कीप। डिस्ट्रॉय का मतलब भी की होता है? बर्बाद कर देना। रियून का मतलब भी बर्बाद कर देना। सो प्रिजर्व का मतलब की होया? देखो आ सारे तो डिस्ट्रक्शन वाले हो गए, तो ऑड वन आउट केड़ा है? रिटेन, बचा के रखना। सो ऑप्शन बी जो है इसका आंसर होएगा। बोगलम्स मिक्सचर फॉर फिलिंग क्रैक वाज, जो बोगलम का मिक्सचर सी क्रैक ਨੂੰ ਭਰਨ ਵਾਸਤੇ ਉਹ ਬਹੁਤ ਜ਼ਿਆਦਾ ਮਹਿੰਗਾ ਸੀ, वेरी एक्सपेंसिव। bought at the Black Hill Miners, Black Hill Miners ਤੋਂ ਲਿਆ ਗਿਆ ਸੀ। invented by the sculptor himself, sculptor ਨੇ ਖੁਦ ਜੋ ਹੈ ਇਨਵੈਂਟ ਕੀਤਾ ਸੀ, ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ। ਹਾਂਜੀ, ਸੋ ਬੋਗਲਮ ਦਾ ਮਿਕਸਚਰ ਜੋ ਹੈ ਉਹ ਕਿਸ ਤਰੀਕੇ ਦਾ ਸੀ? ਇਨਵੈਂਟਡ ਬਾय ਦ ਸਕਲਪਚਰ, ਸਕਲਪਚਰ ਨੇ ਖੁਦ ਇਨਵੈਂਟ ਕੀਤਾ ਸੀ। The word avoided in the line 11th is closest meaning to, देखो avoid ਦਾ ਮਤਲਬ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਅਣਦੇਖਾ ਕਰਨਾ ਹੈ ਨਾ। ਸੋ ਉਹਦਾ ਮੀਨਿੰਗ ਕੀ ਹੁੰਦਾ? ਸਰਕਮਵੈਂਟਡ, ਪ੍ਰੀਵੈਂਟਡ, ਇੰਪਰੋਵਾਈਜ਼ਡ, ਜਾਂ ਨਨ ਆਫ ਥੀਸ। ਪ੍ਰੀਵੈਂਟ ਮਤਲਬ ਹੁੰਦਾ ਹੈ ਬਚਾ ਕੇ ਰੱਖਣਾ, ਜਿਹੜੀ ਚੀਜ਼ ਨੂੰ ਆਪਾਂ ਬਚਾਣਾ ਹੈ ਆਪਾਂ ਉਹਨੂੰ ਅਵੋਇਡ ਨਹੀਂ ਕਰ ਸਕਦੇ, ਠੀਕ ਹੈ। ਇੰਪਰੋਵਾਈਜ਼ ਮਤਲਬ ਲਾਗੂ ਕਰਨਾ, ਕੋਈ ਨਿਯਮ ਲਾਗੂ ਕੀਤਾ, ਠੀਕ ਹੈ। ਸਰਕਮਵੈਂਟਡ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਅਵੋਇਡ ਕਰਨਾ। सो ऑप्शन ए जो है वह बिल्कुल सही आएगा। नेक्स्ट जी, हाँ जी, रीड द पैसेज केयरफुली एंड आंसर द क्वेश्चन नंबर 69 to 75। एक और पैसेज है, मैरी क्यूरी वाज वन ऑफ द मोस्ट अकम्पलिश्ड साइंटिस्ट इन द हिस्ट्री। कहते मैरी क्यूरी जो है वो बहुत ज़्यादा जानी पहचानी साइंटिस्ट सी हिस्ट्री की गल करिए तो टुगैदर विद हर हसबैंड पेरे शी डिस्कवर्ड रेडियम। अपने हसबैंड के नाल उन्हें रेडियम डिस्कवर किया सी, एंड एलीमेंट वाइडली यूज फॉर ट्रीटिंग कैंसर, जो कि बहुत ज़्यादा तकरीबन तादाद ते यूज होया कैंसर ਨੂੰ ठीक करने वास्ते। एंड स्टडीड यूरेनियम एंड अदर रेडियो एक्टिव सबस्टांसेस, उन्हें होर भी बड़े सबस्टांसेस यूज किए, लाइक यूरेनियम हो गया, और रेडियो एक्टिव सबस्टांसेस। पैरी एंड मैरीज एमिकेबल कोलैबोरेशन, जो मिलके काम करते सी है ना, लेटर हेल्प टू अनलॉक द सीक्रेट्स ऑफ एटम। उन्होंने मिलके बाद होर की चीज़ां दसे, सीक्रेट्स दसे, रहस्य दसे, किंदे? एटम दे। मैरी वाज बोर्न इन 1867 इन वारसॉ, पोलैंड। पोलैंड च जम्मी सी मैरी, ठीक है, 1867 विच, वेयर हर फादर वाज अ प्रोफैसर ऑफ फिजिक्स, जिथे उहदा प्यो जो सी फिजिक्स दा प्रोफैसर सी। At an early age she displayed a brilliant mind and a built personality। ਹੁਣ ਦੇਖੋ built ਦਾ ਮਤਲਬ ਆਪਾਂ ਨੂੰ ਨਹੀਂ ਪਤਾ, ਪਰ ਕਹਿਣਾ ਕਿ ਚਾਹ ਰਿਹਾ ਉਹਦੇ ਬਾਰੇ ਚੰਗੀਆਂ ਗੱਲਾਂ ਹੀ ਕਹਿ ਰਿਹਾ। ਇੱਥੋਂ ਇਹ ਚੀਜ਼ ਦਾ ਕਲੈਰਿਟੀ ਹੁੰਦੀ ਹੈ ਤੇ ਇਹਨੂੰ ਹੀ known to unknown ਵੱਲ ਜਾਣਾ ਕਹਿੰਦੇ ਆ। Her great exuberance for learning prompted her to continue with her studies। ਹੁਣ exuberance ਦਾ exact ਮਤਲਬ ਨਹੀਂ ਪਤਾ ਲੱਗ ਰਿਹਾ, ਪਰ ਲਾਈਨ ਦੇ ਅਕੋਰਡਿੰਗ ਇਹਦਾ ਮਤਲਬ ਇਹ ਪਤਾ ਲੱਗ ਰਿਹਾ ਹੈ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਸਿੱਖਣ ਦੀ ਇੱਛਾ ਸੀ, ਹੈ ਨਾ।
with her studies after high school. So ऐसे तरीके ਨਾਲ ਆਪਾਂ known to unknown ਜਾਵਾਂਗੇ ਤੇ passage ਨੂੰ ਸਮਝਾਂਗੇ. She became disgruntled, however, when she learned that the university in Warsaw was closed to women determined to receive a higher education. She defiantly left Poland. And in 1891 हाँ जी की होया कि she became disgruntled, ਉਹਨੂੰ ਦਿਲ ਨਹੀਂ ਕੀਤਾ ਹੁਣ ਮਤਲਬ ਕਿ when she learned that the university in Warsaw, ਜਦੋਂ ਉਹਨੂੰ ਪਤਾ ਲੱਗਾ ਕਿ ਵਾਰਸੋ ਦੀ ਜਿਹੜੀ ਯੂਨੀਵਰਸਿਟੀ ਹੈ ਉਹ ਔਰਤਾਂ ਵਾਸਤੇ ਬੰਦ ਹੋ ਗਈ ਹੈ ਤਾਂ ਉਹਦਾ ਦਿਲ ਜੋ ਹੈ ਟੁੱਟ ਗਿਆ. So determined to receive a higher education, ਪਰ ਉਹਨੇ ਹੋਰ ਐਜੂਕੇਸ਼ਨ ਲੈਣੀ ਸੀ. She defiantly left Poland, ਉਹਨੇ ਪੋਲੈਂਡ ਛੱਡ ਦਿੱਤਾ. 1891 ਚ ਉਹ ਸੋਰਬੋਨ ਵਿੱਚ ਚਲੀ ਗਈ, a French university where she learned her master's degree and doctorate in physics. ਉੱਥੇ ਉਹਨੇ MA ਤੇ ਜੋ ਹੈ PhD ਆਪਣੀ ਫਿਜ਼ਿਕਸ ਦੇ ਵਿੱਚ ਕੀਤੀ. Mary was fortunate to have studied at the Sorbonne with some of the greatest scientists of her day. ਠੀਕ ਹੈ, ਉੱਥੇ ਸੋਰਬਨ ਵਿੱਚ ਕੀ ਕਾਫੀ ਸਾਇੰਟਿਸਟ ਦੇ ਨਾਲ ਉਹਨੇ ਕੰਮ ਕੀਤਾ. One of whom was Perry Curie. ਉਹਨਾਂ ਚੋਂ ਹੀ ਇੱਕ ਪੈਰੀ ਕਿਊਰੀ ਸੀ. Mary and Perry were married in 1895. ਦੋਨਾਂ ਦਾ ਵਿਆਹ ਹੋ ਗਿਆ 95 ਵਿੱਚ and spent many productive years working together. ਉਹਨਾਂ ਨੇ ਇਕੱਠੇ ਬਹੁਤ ਸਾਰਾ ਜੋ ਹੈ ਟਾਈਮ ਸਪੈਂਡ ਕੀਤਾ ਫਿਜ਼ਿਕਸ ਲੈਬੋਰੇਟਰੀ ਦੇ ਵਿੱਚ ਕੰਮ ਕਰਦਿਆਂ. A short time after they discovered radium, Perry was killed by a horse-drawn wagon in 1906. ਜਦੋਂ ਉਹਨਾਂ ਨੇ ਰੇਡੀਅਮ ਇਨਵੈਂਟ ਕਰ ਲਿਆ ਉਸ ਤੋਂ ਬਾਅਦ ਪੈਰੀ ਜੋ ਹੈ ਉਹਨੂੰ ਘੋੜਾ ਗੱਡੀ ਵਾਲੇ ਜੋ ਹੈ ਵੈਗਨ ਨੇ ਮਾਰ ਦਿੱਤਾ ਸੀ 1906 ਵਿੱਚ ਜਾਂ ਮਾਰਿਆ ਗਿਆ ਉਹਦੇ ਦੁਆਰਾ. Mary was stunned by this horrible misfortune and endured heartbreaking anguish. ਉਹ ਬਹੁਤ ਜ਼ਿਆਦਾ ਟੁੱਟ ਗਈ ਸੀ, ਬਹੁਤ ਡਰਾਵਨੇ ਇਸ ਬਦਕਿਸਮਤੀ ਤੋਂ. ਠੀਕ ਹੈ, despondently she recalled their close relationship and the joy that they had shared in scientific research. ਫਿਰ ਉਹ ਕੀ ਕਰਦੀ ਸੀ, ਜਿਹੜਾ ਟਾਈਮ ਉਹਨਾਂ ਨੇ ਵਧੀਆ ਸਪੈਂਡ ਕੀਤਾ ਸੀਗਾ ਉਸ ਟਾਈਮ ਨੂੰ ਉਹਨੂੰ ਯਾਦ ਕਰਨ ਲੱਗੀ ਖੁਸ਼ ਹੋ ਕੇ. The fact that she had two young daughters to raise by herself. ਕਿਉਂ? ਕਿਉਂਕਿ ਉਹਦੇ ਕੋਲ ਦੋ ਵੱਡੀਆਂ ਕੁੜੀਆਂ ਵੀ ਸੀਗੀਆਂ ਜਿਹਨੂੰ ਉਹਨੇ ਪਾਲਣਾ ਪੋਸਣਾ ਸੀ. ਠੀਕ ਹੈ, ਤਾਂ ਟੈਨਸ਼ਨ ਵੱਧਦੀ ਸੀ ਉਹਦੀ, ਹੈ ਨਾ. Curie's feeling of desolation finally began to fade when she was asked to succeed her husband as a physics professor at the Sorbonne. ਉਹਦਾ ਜਿਹੜਾ ਇਕੱਲਾਪਨ ਸੀ ਹੈ ਨਾ ਉਹ ਦੂਰ ਹੁੰਦਾ ਗਿਆ ਜਦੋਂ ਉਹ ਕਾਮਯਾਬ ਹੋ ਗਈ ਆਪਣੀ ਹਸਬੈਂਡ ਦੀ ਜਗ੍ਹਾ ਤੇ ਸੋਰਬਨ 'ਚ ਕੰਮ ਕਰਨ ਵਾਸਤੇ. She was the first woman to give a professorship at the world famous university. ਉਹ ਪਹਿਲੀ ਇਹੋ ਜਿਹੀ ਔਰਤ ਸੀ ਜਿਹਨੂੰ ਦੁਨੀਆ ਦੀ ਸਭ ਤੋਂ ਜੋ ਹੈ ਫੇਮਸ ਯੂਨੀਵਰਸਿਟੀ ਜੋ ਹੈ ਉੱਥੇ ਦੀ professorship ਮਿਲੀ ਸੀ. In 1911 she received the Nobel Prize in Chemistry for isolating radium. 1911 ਵਿੱਚ ਉਹਨੂੰ ਨੋਬੇਲ ਪ੍ਰਾਈਜ਼ ਨਾਲ ਨਵਾਜ਼ਿਆ ਗਿਆ ਜਦੋਂ ਰੇਡੀਅਮ ਨੂੰ ਉਹਨੇ ਆਈਸੋਲੇਟ ਕੀਤਾ. Though Marie Curie eventually suffered a fatal illness from her long exposure of radium. ਰੇਡੀਅਮ ਦੇ ਨਾਲ ਕੰਮ ਕਰਨ ਦੇ ਕਾਰਨ ਉਹਨਾਂ ਨੂੰ ਲੰਬੇ ਟਾਈਮ ਤੋਂ ਇੱਕ ਬਿਮਾਰ ਰਹਿਣ ਲੱਗ ਗਈ ਸੀ. She never became disillusioned about her work. ਪਰ ਉਹਨੇ ਆਪਣਾ ਕੰਮ ਨਹੀਂ ਛੱਡਿਆ regardless of the consequences, ਭਾਵੇਂ ਜਿਹੜੇ ਵੀ ਹਾਲਾਤ ਹੋਣ. She had dedicated herself to science. ਉਹਨੇ ਆਪਣੇ ਆਪ ਨੂੰ ਪੂਰੀ ਤਰੀਕੇ ਨਾਲ ਜੋ ਹੈ ਸਾਇੰਸ ਨੂੰ ਦੇ ਦਿੱਤਾ ਸੀ and to revealing the mysteries of the physical world. The physical world ਜੋ ਫਿਜ਼ਿਕਸ ਦਾ ਦੁਨੀਆ ਹੈ ਉਸਦੇ ਰਹੱਸਿਆਂ ਨੂੰ ਬਾਹਰ ਕੱਢਣਾ ਚਾਹੁੰਦੀ ਸੀ ਉਹ. ਸੋ ਹਾਂਜੀ, the Curies, line 3, collaboration helped to unlock the secrets of the atom. ਹਾਂਜੀ, ਕਿਊਰੀ ਦੀ ਕੋਲੈਬੋਰੇਸ਼ਨ ਕਿਹਦੇ ਨਾਲ ਸੀ? ਹੈਲਪ ਟੂ ਅਨਲੌਕ ਦਾ ਸੀਕ੍ਰੇਟਸ ਆਫ ਐਟਮ. ਸੀਕ੍ਰੇਟਸ ਆਫ ਐਟਮ ਫ੍ਰੈਂਡਲੀ ਕੋਲੈਬੋਰੇਸ਼ਨ ਸੀ, ਕੰਪੀਟੀਟਿਵ ਕੋਲੈਬੋਰੇਸ਼ਨ ਸੀ, ਕੋਰਟੀਅਸ ਕੋਲੈਬੋਰੇਸ਼ਨ ਸੀ ਜਾਂ ਇੰਡਸਟਰੀਅਸ. ਦੇਖੋ ਆਪਦੇ ਘਰ ਵਾਲੇ ਨਾਲ ਉਹਨੇ ਮਿਲ ਕੇ ਖੁਸ਼ੀ ਖੁਸ਼ੀ ਕੰਮ ਕੀਤਾ ਨਾ ਤਾਂ ਫਿਰ ਫ੍ਰੈਂਡਲੀ ਜੋ ਹੈ ਕੋਲੈਬੋਰੇਸ਼ਨ ਸੀ. ਆਪਸ਼ਨ ਏ ਆਏਗਾ. ਮੈਰੀ ਹੈਡ ਅ ਬ੍ਰਾਈਟ ਮਾਈਂਡ ਐਂਡ ਅ ਡੈਸ਼ ਪਰਸਨੈਲਿਟੀ. ਉਹਦਾ ਦਿਮਾਗ ਬਹੁਤ ਤੇਜ਼ ਸੀ ਤੇ ਸਟਰੋਂਗ ਪਰਸਨੈਲਿਟੀ ਸੀ, ਲਾਈਟ ਹਾਰਟਡ ਸੀ, ਹਿਊਮਰਸ ਸੀ ਜਾਂ ਸਟ੍ਰੇਨ ਸੀ. obviously ਗੱਲ ਹੈ ਉਹਦਾ strong personality ਸੀ. ਸਾਨੂੰ ਦੇਖੋ ਪੈਸੇਜ ਵੀ ਨਹੀਂ ਦੇਖਣਾ ਪੈ ਰਿਹਾ. When she learned that she could not attend the university in Warsaw, she felt, ਜਦੋਂ ਉਹਨੂੰ ਪਤਾ ਲੱਗਿਆ ਕਿ ਉਹ ਵਾਰਸੋ ਦੀ ਯੂਨੀਵਰਸਿਟੀ 'ਚ ਨਹੀਂ ਪੜ੍ਹ ਸਕਦੀ ਕਿਉਂਕਿ ਉਹ ਲੜਕੀ ਹੈ ਤਾਂ ਉਹਨੂੰ ਕਿੱਦਾਂ ਲੱਗਿਆ? ਹੋਪਲੈਸ, annoyed, depressed ਜਾਂ worried. ਹਾਂਜੀ, ਆਸ਼ਾ ਖਤਮ ਹੋ ਗਈ, ਗੁੱਸਾ ਆਇਆ, ਡਿਪਰੈਸਡ ਹੋ ਗਈ ਜਾਂ ਫਿਰ ਟੈਨਸ਼ਨ 'ਚ ਆ ਗਈ. ਗੁੱਸਾ ਆਇਆ ਸੀ ਉਹਨੂੰ ਕਿਹਾ ਸੀ ਨਹੀਂ ਪੜ੍ਹਾਉਂਦੇ ਤਾਂ ਕੋਈ ਗੱਲ ਨਹੀਂ ਮੈਂ ਕਿਤੇ ਹੋਰ ਜਾ ਕੇ ਪੜ੍ਹ ਲਾਂਗੀ. डिप्रेशन ਹੁੰਦਾ ਤਾਂ ਉੱਥੇ ਹੀ ਰਹਿ ਜਾਂਦੀ. Which word is antonym of despondent? Despondent ਦਾ antonym ਕੀ ਹੁੰਦਾ? Disheartened, melancholy, cheerful ਜਾਂ defeated. Despondent ਦਾ ਮਤਲਬ ਹੁੰਦਾ ਦਿਲ ਟੁੱਟ ਜਾਣਾ, ਉਹਦਾ opposite ਹੁੰਦਾ ਹੈ cheerful. Disheartened ਇਹਦਾ ਜੋ ਹੈ synonym ਹੋਏਗਾ. Mary's desolation began to fade away. ਕਦੋਂ ਉਹਦੀ ਜੋ ਹੈ ਇਕੱਲਾਪਨ ਦੂਰ ਹੋਣ ਲੱਗ ਗਿਆ ਸੀ? ਜਦੋਂ when she raised her two daughters, ਜਦੋਂ ਦੋ ਬੱਚਿਆਂ ਨੂੰ ਪਾਲ ਰਹੀ ਸੀ.
या फिर शी वाज आस्क्ड टू सक्सीड हर हस्बैंड एज अ फिजिक्स प्रोफेसर, या अपने हस्बैंड की जगह ਤੇ काम ਕਰਨ ਲਈ ਉਹਨੂੰ ਕਿਹਾ ਗਿਆ ਸੀ। ਯੈਸ, ਆਪਸ਼ਨ ਨੰਬਰ ਬੀ ਜੋ ਹੈ ਬਿਲਕੁਲ ਸਹੀ ਹੈ, ਆਪਾਂ ਨੂੰ ਅਗਲੀ ਆਪਸ਼ਨਸ ਪੜਨ ਦੀ ਵੀ ਲੋੜ ਨਹੀਂ। Curie dedicated herself to science. Make noun of the word in the inverted comma. A. Curie dedicated herself to science. ਇੱਥੇ ਐਕਚੁਅਲੀ ਇਨਵਰਟਿਡ ਕੋਮਾ ਚ ਰੱਖਿਆ ਹੀ ਨਹੀਂ ਹੋਇਆ ਕਿਸੇ ਨੇ, ਤਾਂ ਆਪਾਂ ਇਹਨੂੰ ਸਕਿਪ ਕਰ ਦਿੰਦੇ ਹਾਂ। Even though she became fatally ill from working with radium, Marie Curie was never, ਦੇਖੋ ਭਾਵੇਂ ਬਹੁਤ ਬੁਰੀ ਤਰੀਕੇ ਨਾਲ ਉਹ ਬਿਮਾਰ ਹੋ ਗਈ ਸੀ ਰੇਡੀਅਮ ਤੇ ਕੰਮ ਕਰਦੀ ਕਰਦੀ, ਪਰ ਫਿਰ ਵੀ ਉਹਨੇ ਕਦੇ ਵੀ ਮੁਸੀਬਤ ਨਹੀਂ ਆਈ ਉਹਨੇ ਤੇ, ਹੈ ਨਾ, ਕਦੇ ਟੈਨਸ਼ਨ ਨਹੀਂ ਲਈ ਹੈ, ਕਦੇ ਵੀ ਡਿਸਅਪॉइंट ਨਹੀਂ ਹੋਈ, ਨਿਰਾਸ਼ ਨਹੀਂ ਹੋਈ, ਜਾਂ ਕਦੇ ਵੀ ਉਦਾਸ ਨਹੀਂ ਹੋਈ। ਸੋ 75 ਦਾ ਆਏਗਾ, ਕਦੇ ਵੀ ਉਹ ਡਿਸਅਪॉइंट ਨਹੀਂ ਹੋਈ, ਕੰਮ ਉਹ ਕਰਦੀ ਰਹੀ ਹੈ। ਹਾਂਜੀ, ਸਾਡੇ ਲਾਈਵ ਜੋ ਹੈ ਪ੍ਰੀ ਰਿਕਾਰਡਡ ਲੈਕਚਰਸ ਪੀਐਸ ਸੈਟ ਪੇਪਰ 1 ਦੇ, ਪੀਐਸ ਸੈਟ ਪੇਪਰ 2 ਮੈਥ ਐਂਡ ਸਾਇੰਸ ਦੇ, ਪੀਐਸ ਸੈਟ ਪੇਪਰ 2 ਐਸਐਸ ਦੇ ਲਗਾਤਾਰ ਚੱਲ ਰਹੇ ਨੇ। ਤੁਸੀਂ ਫ੍ਰੀ ਡੈਮੋ ਦੇਖਣਾ ਹੈ ਤਾਂ ਟੈਕ ਬਜ਼ਰ ਦੀ ਐਪ ਗੂਗਲ ਪਲੇ ਸਟੋਰ ਤੋਂ ਇੰਸਟਾਲ ਕਰ ਲਓ। ਪਲੱਸ ਸਾਡੇ ਨਵੇਂ ਬੈਚ ਚੱਲ ਰਹੇ ਆ ਮਾਸਟਰ ਐਂਡ ਮਿਸਟਰ ਕੈਡਰ ਪੰਜਾਬੀ, ਮਾਸਟਰ ਐਂਡ ਮਿਸਟਰ ਕੈਡਰ ਐਸਐਸ ਐਂਡ ਮਾਸਟਰ ਐਂਡ ਮਿਸਟਰ ਕੈਡਰ ਹਿੰਦੀ ਦੇ। ਫ੍ਰੀ ਡੈਮੋ ਵੇਖਣ ਲਈ ਤੁਸੀਂ ਟੈਕ ਬਜ਼ਰ ਦੀ ਐਪ ਨੂੰ ਗੂਗਲ ਪਲੇ ਸਟੋਰ ਤੋਂ ਇੰਸਟਾਲ ਕਰ ਲਓ। A test of listening comprehension is a test of, ਹਾਂਜੀ ਕਹਿੰਦੇ ਜਦੋਂ listening comprehension, ਜਦੋਂ ਆਪਾਂ ਇਹ ਦੇਖਣਾ ਕਿ ਬੱਚੇ ਨੂੰ ਸਭ ਸਾਫ਼ ਸੁਣਦਾ ਹੈ ਨਾ, ਸਮਝ ਆਉਂਦੀ ਹੈ ਕਿ ਨਹੀਂ ਆਉਂਦੀ, ਤਾਂ ਉਹ ਕਿਹੜਾ ਟੈਸਟ, ਉਹਨੂੰ ਕੀ ਕਹਿੰਦੇ ਆ? ਰਿਸੈਪਟਿਵ ਟੈਸਟ ਕਹਿੰਦੇ ਆ, ਪ੍ਰੋਡਕਟਿਵ ਟੈਸਟ ਕਹਿੰਦੇ ਆ, ਹੀਅਰਿੰਗ ਸਕਿੱਲ ਕਹਿੰਦੇ ਆ, ਜਾਂ ਫਿਰ ਫੋਨੋਲੋਜੀ। ਰਿਸੈਪਸ਼ਨ ਹੁੰਦਾ ਸੁਣਨਾ, ਗ੍ਰਹਿਣ ਕਰਨਾ, ਹੈ ਨਾ, ਸੋ ਰਿਸੈਪਟਿਵ ਆਏਗਾ। ਲਿਸਨਿੰਗ ਮੀਨਸ ਰਿਸੈਪਸ਼ਨ, ਰਿਸੈਪਟਿਵ ਸਕਿੱਲ। Brainstorming means to do some mental exercise to collect all kinds of idea on a topic, to make efforts to understand something, to give some kind of stimulus to brain. Brainstorming ਹੁੰਦਾ ਹੈ ਆਪਣੇ ਦਿਮਾਗ ਨਾਲ ਕੀ ਹੈ ਥੋੜਾ ਜਿਹਾ ਕਸ਼ਟ ਦੇਣਾ ਆਪਣੇ ਦਿਮਾਗ ਨੂੰ, ਤਾਂ ਕਿ ਉਹ ਜਿਹੜਾ ਟੌਪਿਕ ਹੈ ਉਹਦੇ ਰਿਲੇਟਿਡ ਸਾਰੀਆਂ ਚੀਜ਼ਾਂ ਆਪਾਂ ਨੂੰ ਪਤਾ ਲੱਗ ਜਾਣ। So to collect all kinds of ideas on a topic is called brainstorming. Which is the longest pause? Longest pause ਨੂੰ ਕੀ ਕਹਿੰਦੇ ਆ? apostrophe, dash, hyphen, full stop। ਹਾਂਜੀ, ਜਦੋਂ ਆਪਾਂ ਇੱਕ ਲੰਬਾ ਪੋਜ਼ ਦੇਣਾ ਹੁੰਦਾ ਹੈ, ਲੰਬਾ ਸਾਹ ਲੈਣਾ ਹੁੰਦਾ ਹੈ ਆਪਣੀ ਗੱਲ ਕਰਨ ਦੇ ਦੌਰਾਨ, ਤਾਂ ਆਪਾਂ ਕੀ ਲਗਾਉਂਦੇ ਆ? apostrophe ਲਗਾਉਂਦੇ ਆ, dash ਲਗਾਉਂਦੇ ਆ, hyphen ਲਗਾਉਂਦੇ ਆ, ਜਾਂ ਫਿਰ full stop ਲਗਾਉਂਦੇ ਆ। ਆਪਾਂ ਬੱਚੇ full stop ਲਗਾਉਂਦੇ ਆ, ਫਿਰ ਆਪਾਂ ਨੈਕਸਟ ਲਾਈਨ ਸ਼ੁਰੂ ਕਰ ਦਿੰਦੇ ਆ। If something is the king on the cake, it is, ਹਾਂਜੀ, ਅਗਰ king on the cake ਦਾ ਮਤਲਬ ਕੀ ਹੁੰਦਾ? perfect opportunity to have fun, ਪੂਰਾ ਖੁੱਲਾ ਟਾਈਮ ਹੈ ਜੀ ਮਸਤੀ ਕਰਨ ਦਾ। unexpected coincidence, ਇਹੋ ਜਿਹਾ incident ਜੋ ਕਦੇ ਆਪਾਂ ਐਕਸਪੈਕਟ ਹੀ ਨਾ ਕੀਤਾ ਹੋਏ। an additional benefit to something that is already good, ਜੋ ਚੀਜ਼ ਪਹਿਲਾਂ ਹੀ ਅੱਛੀ ਹੈ ਉਹਦੇ ਲਈ ਹੋਣ ਵਿੱਚ ਹੋਰ ਜੋ ਹੈ ਫਾਇਦਾ ਹੋ ਜਾਣਾ। none of the above। so 79 ਦਾ ਕੀ ਆਏਗਾ? ਦੇਖੋ, ਇੱਕ ਤਾਂ ਪਹਿਲਾਂ ਉਹ ਰਾਜਾ, ਇੱਥੇ ਉੱਤੋਂ ਨੂੰ ਕੇਕ ਵੀ ਮਿਲ ਗਿਆ, ਮਤਲਬ ਕਿ ਦੋ ਫਾਇਦੇ ਹੋ ਗਏ ਇਸ ਤਰੀਕੇ ਨਾਲ। ਇੱਕ ਤਾਂ ਰਾਜਾ ਸੀ ਤਾਂ ਮਤਲਬ ਪਹਿਲਾਂ ਹੀ ਆਪਣੇ ਆਪ 'ਚ ਬੜਾ ਵਧੀਆ ਹੋਇਆ, ਇੱਕ ਉਹਨੂੰ ਕੀ ਹੋਇਆ, ਉਹਨੂੰ ਉੱਤੋਂ ਬੈਨੀਫਿਟ ਕੀ ਹੋ ਗਿਆ? ਕੇਕ ਵੀ ਮਿਲ ਗਿਆ। ਸੋ ਸੀ ਆਪਸ਼ਨ ਆਏਗਾ। which one of this is not an example of alliteration? alliteration ਦੀ ਕਿਹੜੀ ਐਗਜ਼ਾਮਪਲ ਨਹੀਂ ਹੈ? ਪਹਿਲਾਂ ਸਾਨੂੰ ਇਹ ਸਮਝਣਾ ਪਏਗਾ ਕਿ alliteration ਕੀ ਹੁੰਦੀ ਹੈ। alliteration is a repetition of consonant sounds। consonant sounds ਜਦੋਂ ਰਿਪੀਟ ਹੁੰਦੀਆਂ ਰਹਿੰਦੀਆਂ, ਫਸਟ ਅਲਫਾਬੈਟ ਜੋ ਹੈ ਵਰਡ ਦਾ ਰਿਪੀਟ ਹੁੰਦਾ ਰਹੇ ਤੇ ਉਹ consonant sound ਪ੍ਰੋਡਿਊਸ ਕਰੇ ਤਾਂ ਉਹਨੂੰ alliteration ਕਿਹਾ ਜਾਂਦਾ ਹੈ। men sell the wedding bells, go and gather the green leaves of the grass, the boy buzzed around as busy as bee, literally Larry likes licking the sticky lollipop। ਹਾਂਜੀ, ਕਿਹੜੀ ਇਹਨਾਂ ਚੋਂ ਨਹੀਂ ਹੈ? ਦੇਖੋ, go ਵਿੱਚ ਜੀ ਆ ਗਿਆ, gather ਵਿੱਚ ਜੀ ਆ ਗਿਆ, green ਜੀ ਆ ਗਿਆ, on the grass ਇੱਥੇ ਜੀ ਦੀ ਸਾਊਂਡ ਵੀ ਸੇਮ ਹੈ, ਗ ਗ ਗ, go gather green grass। ਸੋ ਪਹਿਲਾ ਵਰਡ ਕੀ ਹੈ? ਸੇਮ ਕੌਨਸੋਨੈਂਟ ਸਾਊਂਡ रहता है, ਤਾਂ alliteration है। the boy, ब, buzzed, ब, around, as busy, ब, as a bee, तो ब साउंड रिपीट हो रही है तो इट इज ऑल्सो एन एलिट्रेशन। literally Larry likes licking the sticky lollipop, so ल ल ल, so literally Larry licking जो है सब जो है l तो साउंड आ रही है तो ये भी जो है साडा एलिट्रेशन है। जो नहीं है वो है men sell the wedding bells, and the which first letter ही चेंज हो रहा है।
है ना। द डिक्शनरी डेफिनेशन ऑफ अ वर्ड, वर्ड नू डिक्शनरी के अकॉर्डिंग की किया जाता है, कॉन्टोनेशन, कॉनोटेशन, फिगर ऑफ स्पीच, डेनोटेशन या एपिथेट। डिक्शनरी मीनिंग डेफिनेशन, शब्द नू डिक्शनरी दे शब्दां च की किया जाता है, डेनोटेशन किया जाता है। डी तो डिक्शनरी, डी तो डेनोटेशन। द मेथड ऑफ टीचिंग इंग्लिश अडॉप्टेड एट द प्रेजेंट इन द स्कूल करिकुलम। हाँ जी, आज के टाइम ते स्कूल करिकुलम किस तरीके का मैथड जो अप्लाई किया है, फंक्शनल कम्युनिकेटिव अप्रोच, फंक्शन कोरिलेटिव अप्रोच, फिगरेटिव कॉम्प्रिहेंसिव अप्रोच, फॉर्मेटिव कोरिलेशन अप्रोच। सो केड़ी अप्रोच जो है फॉलो की जा रही है, फंक्शन करेक्टिव अप्रोच, फंक्शन करेक्टिव अप्रोच आप अप्रोचेस कीतियां हुई ऑलरेडी। सो फंक्शन करेक्टिव अप्रोच। जर्नी फ्रॉम एग्जाम्पल टू जनरलाइजेशन, जो असं एग्जाम्पल्स टू जो है रूल्स वाल जाने उनकी कहने डिडक्टिव, इंडक्टिव या इंसीडेंटल या फिर इन्हां सारिया चीज़ां ही कहते हैं। देखो मैं एक एग्जाम्पल हर बार देनी है, याद रखने का तरीका रेड, रेड नू याद कर लो, रेड मतलब जिथे पहला रूल्स आएंगे, फिर ई फॉर एग्जाम्पल्स आएंगियां, तो डी फॉर केड़ा मैथड बन जाएगा, डिडक्टिव। ठीक है, जिहड़ा बच गया वो साडा कोल केड़ा मैथड हो जाएगा, इंडक्टिव। तो इंडक्टिव च पहला एग्जाम्पल आएंगियां, फिर रूल्स आएंगे, तो वो बन जाएगा इंडक्टिव। ठीक है, रेड नू याद रख लो बस। द स्टडी ऑफ वर्ड्स एंड देयर मीनिंग इज नोन एज, शब्दां दी पढ़ाई ते उन्हां दे मतलबां नू समझना की किया जाता है, फोनेटिक्स, सिंटैक्स, लिंग्विस्टिक्स या फिर सिमेंटिक्स। सिमेंटिक्स इज द स्टडी ऑफ मीनिंग, स्टडी ऑफ मीनिंग सिमेंटिक्स हुंदा है, स्टडी ऑफ स्ट्रक्चर, स्ट्रक्चर नू समझना सिंटैक्स हुंदा है, स्टडी ऑफ जो है लैंग्वेज, लिंग्विस्टिक्स, स्टडी ऑफ फोनीम्स है ना, या साउंड्स दी गल की था, फोनेटिक्स। विच वन ऑफ द फॉलोइंग इज नॉट अ लैंग्वेज कंपोनेंट, इन्हां चों केड़ा है जो लैंग्वेज दा कंपोनेंट या आधार नहीं है, ग्रामर, स्पीच, साउंड या फिर मैन्यूस्क्रिप्ट। हाँ जी, बहुत ईजी है, तो साउंड भी होंगी है, स्पीच भी होंगी है, ग्रामर भी होंगी है, मैन्यूस्क्रिप्ट नहीं होंगी। टीचर इन क्लास शोज रियल ऑब्जेक्ट वन बाय वन एंड देन कॉल आउट इट्स नेम, हर पर्पस इन डूइंग दिस एक्टिविटी इज, एक टीचर है क्लास रियल ऑब्जेक्ट्स लैके ते बार बार उन्होंने नाम दे नाल पुकार रहा है, वो ऐदा क्यों कर रहा है, ये एक्टिविटी की दिखाती है, मोटिवेट द चाइल्ड एंड मेक लेसन इंटरेस्टिंग, बच्चे मोटिवेट करने वास्ते, लेसन होर अच्छा बनाने वास्ते, helping learners to acquire vocabulary by associating words with real life objects, या फिर इस तरीके की vocabulary क्रिएट करना आना बच्चों के नाल जो कि उन्होंने जिंदगी के विचों जो रियल लाइफ ऑब्जेक्ट्स चो लईयां गईयां ने, helps in improving correct pronunciation, pronunciation improve करना, to teach the correct spelling of the word, spelling जो है वो टीच करना। देखो समान दिखाया जा रहा है, स्पेलिंग की गल नहीं हो रही, सो स्पेलिंग वाला ऑप्शन तो सीधा ही जो है कटा गया। सो बी ऑप्शन बिल्कुल सही है, द हेल्पिंग लर्नर्स टू एक्वायर vocabulary। A child in class 2 will initially learn the language in the most effective manner through which one of the given methods। हाँ जी, क्लास 2 का बच्चा है जो ਆਪਾਂ स्टार्टिंग तो भाषा सिखा रहे हैं, सब तो वधिया तरीका केड़ा है, प्लेवे मैथड, प्रैक्टिस एंड ड्रिल, इमिटेशन, ऑल ऑफ द अबव, सारे ही या फिर इन्हां विचों कोई एक। हाँ जी, सारे ही, प्लेवे भी करा सकते हो तुसीं, बच्चे नूं प्रैक्टिस भी करा सकते हो, बच्चे नूं नकल नाल भी करा सकते हो। नकल मारना नहीं है, मतलब कि उन्होंने चीज़ों कॉपी करना, कॉपी करके बोलना सिखा सकते हो। एज अ लैंग्वेज टीचर टू इंश्योर मैक्सिमम पार्टिसिपेशन ऑफ द स्टूडेंट इन क्लास, विच ऑफ द फॉलोइंग मेथड ऑफ टीचिंग वुड यू अडॉप्ट, केड़ा मैथड तुसी यूज करोगे कि ज़्यादा तो ज़्यादा पार्टिसिपेशन बच्चों की होए, डेमोनस्ट्रेशन, रोल प्ले, डिस्कशन या फिर ये सारे दे सारे। हाँ जी, असीं डिस्कशन जो है वो यूज करांगे, ऑप्शन सी आएगा। द प्रिंसिपल ऑफ सिलेक्शन एंड ग्रेडेशन ऑफ वर्ड इज बेस्ड ऑन, हाँ जी, सिलेक्ट करना, ग्रेडेशन देनी, ये किन्ने ते डिपेंड करता है, फ्रीक्वेंसी ते, रेंज ते, टीचेबिलिटी ते या इन्हां सारियां चीज़ां ते। फ्रीक्वेंसी ते भी करता है, रेंज ते भी, ते किस तरीके नाल पढ़ाया गया उस ते भी। CCE continuous comprehensive evaluation is assessment of learner while learning, लर्निंग के दौरान असेसमेंट की जाती है, पीरियोडिक है, एग्जाम्स के टाइम कंडक्ट की जाती है, लगातार टेस्टिंग है, कॉन्टिन्यूअस असेसमेंट है। सो 90th का की आएगा, एक कॉन्टिन्यूअस चलन वाली असेसमेंट है जो सारा साल ही चलती है।
ਸੋ ਇਹਦੇ ਨਾਲ ਹੀ ਸਾਡੀ ਅੱਜ ਦੀ ਸੀਰੀਜ਼ ਜੋ ਹੈ ਕੰਪਲੀਟ ਹੁੰਦੀ ਹੈ। ਤੇ ਅਗੇਨ ਫਿਰ ਤੁਹਾਨੂੰ ਜੋ ਇਨਫੋਰਮੇਸ਼ਨ ਦੇਣੀ ਕਿ ਪੀਐਸ ਸੈਟ ਪੇਪਰ 1 ਪੀਐਸ ਸੈਟ ਪੇਪਰ 2 ਮੈਥ ਦੇ ਸਾਇੰਸ ਐਸਐਸ ਦੇ ਸਬਜੈਕਟਸ ਦੇ ਰਿਗਾਰਡਿੰਗ ਜੋ ਹੈ ਨਵੇਂ ਬੈਚ ਸ਼ੁਰੂ ਹੋ ਰਹੇ ਹੈ। ਫ੍ਰੀ ਡੈਮੋ ਦੇਖਣ ਲਈ ਟੈਟ ਬਜ਼ਰ ਦੀ ਐਪ ਨੂੰ ਗੂਗਲ ਪਲੇ ਸਟੋਰ ਤੋਂ ਤੁਸੀਂ ਹੁਣੇ ਹੀ ਇੰਸਟਾਲ ਕਰ ਲਓ। ਪੰਜਾਬੀ ਮਾਸਟਰ ਐਂਡ ਮਿਸਟਰ ਕੈਡਰ, ਐਸਐਸ ਮਾਸਟਰ ਐਂਡ ਮਿਸਟਰ ਕੈਡਰ, ਹਿੰਦੀ ਮਾਸਟਰ ਐਂਡ ਮਿਸਟਰ ਕੈਡਰ ਦੇ ਨਵੇਂ ਬੈਚ ਸ਼ੁਰੂ ਹੋ ਚੁੱਕੇ ਨੇ। ਪਲੀਜ਼ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ। ਸਾਡੇ ਫ੍ਰੀ WhatsApp ਗਰੁੱਪਸ ਦਾ ਹਿੱਸਾ ਬਣਨ ਲਈ ਤੁਸੀਂ ਆਪਣਾ ਨਾਮ, ਪੇਪਰ, ਸਿਟੀ, ਤੁਸੀਂ ਮੇਲ ਹੋ ਜਾਂ ਫੀਮੇਲ ਹੋ, ਟਾਈਪ ਕਰੋ ਜੋ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਹੈ, ਮੈਸੇਜ ਕਰੋ ਜੋ ਤੁਹਾਨੂੰ ਗਰੁੱਪ 'ਚ ਐਡ ਕਰ ਲਾਂਗੇ। You can join our Telegram channel, you can follow us on Instagram, you can like our Facebook page, all the links are on your screens। ਸੋ ਸਾਰੇ ਲਿੰਕਸ ਤੁਹਾਡੀ ਸਕਰੀਨ ਦੇ ਉੱਪਰ ਹੈ, ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਇਹਨਾਂ ਨੂੰ ਜੋ ਹੈ ਸਾਡੇ ਚੈਨਲ ਨੂੰ ਤੁਸੀਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲੋ। ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਟੈਟ ਬਜ਼ਰ। So thank you so much for this session। ਕੱਲ ਫਿਰ ਆਪਾਂ ਮਿਲਾਂਗੇ। Thank you।